ਆਸ਼ੂ ਜੀ ਤੁਹਾਡੇ ਬੜੇ ਕਰੀਬੀ ਰਹੇ, ਉਹਨਾਂ ਨੇ ਦੱਸਿਆ ਨਹੀਂ ਜਿਹੜਾ ਅਨਾਜ ਦਾ ਘੁਟਾਲਾ ਹੈ ਇਹਦਾ ਇਹ ਕੀ ਇਹਦੀ ਅਸਲੀਅਤ ਹੈਗੀ ਜਿਹੜਾ ਵਿਜੀਲੈਂਸ ਨੇ ਐਫਆਈਆਰ ਤੇ ਜਿਹੜੇ ਟਰੱਕ ਨੇ 17 ਲੱਭੇ ਆ ਇਹਨਾਂ ਨੇ। ਆਸ਼ੂ ਦਾ ਭਾਰਤ ਭੂਸ਼ਣ ਆਸ਼ੂ ਦਾ ਕੰਮ ਆ ਵੀ ਮੰਡੀਆਂ 'ਚ ਟਰੱਕ ਦੇਖਣੇ ਜਿੱਥੇ ਲੱਖਾਂ ਟਰੱਕ ਢੋਆ ਢਵਾਈ ਕਰਦੇ ਆ। ਟਰੱਕ ਤੇ ਕੋਈ ਸਕੂਟਰ ਦਾ ਨੰਬਰ ਲਾ ਲੈਂਦਾ, ਕੋਈ ਗੱਡੀ ਦਾ ਲਾ ਲੈਂਦਾ, ਕਿਸੇ ਦਾ ਆਪਣੀ ਦਾ ਕੋਈ ਮੋਟਰਸਾਈਕਲ ਦਾ ਲਾ ਲੈਂਦਾ ਵੀ ਅਸੀਂ ਆ 15 ਦਿਨ ਦਾ ਕੰਮ ਹੁੰਦਾ ਉਹ ਕਰਕੇ ਖੜਾ ਕਰ ਦੇਣਾ ਟਰੱਕ 50,000 ਰੁਪਇਆ ਬਣ ਜੂ। ਉਹਦੇ ਵਿੱਚ ਕੰਮ ਉਹ ਪੁਲਿਸ ਦਾ ਕੰਮ ਆ ਚੈੱਕ ਕਰਨਾ, ਡੀਟੀਓ ਦਾ ਕੰਮ ਆ, ਆਰਟੀਓ ਦਾ ਕੰਮ ਆ, ਜਾਂ ਮੰਡੀ ਬੋਰਡ ਦਾ ਜਿਹੜਾ ਮੰਡੀ ਆ, ਮੰਡੀ 'ਚ ਜਿਹੜੇ ਟਰੱਕ ਆਉਣ ਜਾਣਾ ਉਹ ਮੰਡੀ ਬੋਰਡ ਦੇ ਹੇਠ ਆ, ਉਹ ਆਸ਼ੂ ਦੇ ਹੇਠ ਆ। ਕਿਸੇ ਗੱਡੀ 'ਚ ਆਈਡੀ ਲੱਗ ਰਹੀ ਆ, ਕਿਸੇ ਗੱਡੀ ਨੂੰ ਉਡਾਉਣ ਦੀ ਗੱਲ ਹੋ ਰਹੀ ਆ, ਟੋਟਲ ਟੈਰਰਿਜ਼ਮ ਗੈਂਗ ਵਾਰ ਪੰਜਾਬ 'ਚ ਚੱਲ ਰਹੀ ਆ, ਉਹਦੇ ਵੱਤੇ ਧਿਆਨ ਨਹੀਂ। ਪਰ ਆ ਜਿਹੜੇ ਟਰੱਕ ਨੰਬਰ ਜੀ, ਆ ਬੋਰੀਆਂ ਨੰਬਰ ਜੀ, ਇਹ ਲੱਭਣ ਦਾ ਵਿਜੀਲੈਂਸ ਦੇ ਕੋਲ ਟਾਈਮ ਆ। ਇਸ ਅਮਿਤ ਸ਼ਾਹ ਦੇ ਮੂਰੇ ਇਹ ਖੜ ਮਤਲਬ ਮੈਂ ਸਮਝਦਾ ਕੁਰਸੀ ਤੇ ਬਹਿ ਵੀ ਨਹੀਂ ਸਕਦੇ, ਤੇ ਇਸ ਕਰਕੇ ਉਹਨਾਂ ਨੂੰ ਤਾਂ ਹੱਥ ਪਾ ਨਹੀਂ ਸਕਦੇ। ਤੇ ਇਹ ਗੱਲ ਇਹ ਆ ਵੀ ਮਾੜੀ ਜਿਹੜੀ ਆ ਕਮਜ਼ੋਰ ਬੰਦੇ ਨਾਲ ਕੋਈ ਗੱਲ ਨਹੀਂ, ਕੋਰਟ ਬੈਠੇ ਆ। ਇੱਕ ਫਿਲਮੀ ਤਰੀਕਾ ਨਹੀਂ ਹੁੰਦਾ ਵੀ ਜਿਵੇਂ ਰਾਤ ਸਾਧੂ ਸਿੰਘ ਧਰਮਸੋਤ ਨੂੰ 3 ਵਜੇ ਚੱਕਿਆ ਸੀ, ਵੀ ਇੱਕ ਸੈਂਸੇਸ਼ਨ ਮੀਡੀਆ 'ਚ ਦਿਖਾਉਣੀ ਵੀ ਆਹ ਦੇਖੋ ਆਸ਼ੂ ਜੀ ਨੂੰ ਪੁਲਿਸ ਲੈ ਕੇ ਜਾ ਰਹੀ ਆ, ਫੜ ਕੇ ਚੱਕ ਕੇ ਲੈ ਕੇ ਜਾ ਰਹੀ ਹੈ, ਭੱਜ ਰਹੇ ਸੀਗੇ, ਅਸੀਂ ਫਲਾਣੇ ਕਮਰੇ 'ਚੋਂ ਚੱਕਿਆ, ਅਸੀਂ ਛਾਲ ਮਾਰ। ਉਹਨਾਂ ਨੂੰ ਅਸੀਂ ਜਾ ਕੇ ਤੁਸੀਂ ਜਿਹੜੀ ਗੱਲ ਕਹੀ ਆ, ਅਸੀਂ ਇਹ ਗੱਲ ਨਹੀਂ ਸੀ, ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਕੌਣ ਹੋ, ਕੋਈ ਅੱਤਵਾਦੀ ਹੋ, ਬਦਮਾਸ਼ ਹੋ, ਗੁੰਡੇ ਹੋ, ਕੈਸਾ ਮਾਹੌਲ ਆ ਪੰਜਾਬ 'ਚ ਤੁਹਾਨੂੰ ਪਤਾ ਬਈ ਭਾਈ ਜੇ ਵਿਜੀਲੈਂਸ ਵਾਲੇ ਹੋ ਤਾਂ ਸਾਨੂੰ ਕੋਈ ਆਈ ਕਾਰਡ ਦਿਖਾ ਦਿਓ। ਪੰਜਾਬ 'ਚ ਟੈਰਰਿਜ਼ਮ ਵੇਲੇ ਕਾਂਗਰਸ ਪਾਰਟੀ ਸੀ, ਆਮ ਆਦਮੀ ਸੀ, ਇਹ ਤਾਂ ਜੰਮੇ ਵੀ ਨਹੀਂ ਸੀ ਉਦੋਂ, ਉਸ ਵੇਲੇ ਲੜਦੀ ਰਹੀ ਆ। ਤੇ ਇਸ ਕਰਕੇ ਇਹ ਤਾਂ ਨਾੜੀ ਨੇ, ਇਹਨਾਂ ਦੇ ਹੱਥ ਠੀਕ ਆ, ਸਾਡੀਆਂ ਕਮੀਆਂ। ਮੁੜ ਕੇ ਇਹ ਤਾਂ ਚੱਕਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਭਾਈ, ਇਹ ਤਾਂ ਚੱਲਦੀਆਂ ਰਹਿੰਦੀਆਂ। ਭਗਵੰਤ ਮਾਨ ਸਾਹਿਬ ਤੇ ਇਹਨਾਂ ਦੀ ਸਰਕਾਰ, ਕੇਜਰੀਵਾਲ ਦਾ ਕੁਝ ਨਹੀਂ ਜਾਣਾ, ਉਹ ਤਾਂ ਦਿੱਲੀ ਬੈਠਾ ਏ, ਕਿਸੇ ਦਾ ਉਹਨਾਂ ਦਾ ਵਿਗੜਨਾ ਨਹੀਂ ਕੁਛ। ਤੇ ਤੁਸੀਂ ਪੰਜਾਬ 'ਚ ਜਿਹੜੇ ਵੈਰ ਪਾ ਰਹੇ ਹੋ ਆਪਣੇ, ਇਹ ਭਰਾ ਮਾਰ ਜੰਗ ਜਿਹੜੀ ਸ਼ੁਰੂ ਕੀਤੀ ਹੈ, ਇਹ ਕਰਨੀ ਨਹੀਂ ਚਾਹੀਦੀ। ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਮੈਂ ਹਜੇ ਸਾਲ ਕੁਝ ਕਹਿਣਾ ਨਹੀਂ ਚਾਹੁੰਦਾ ਸੀ, ਪਰ ਇਹ ਛੇੜਦੇ ਆ। ਜੇ ਛੇੜਨਗੇ ਤੇ ਫਿਰ ਉਹਦਾ ਜਵਾਬ ਆ ਜਿਹੜਾ ਉਹ ਸਾਨੂੰ ਜਿਹੜਾ ਉਹ ਬਣਨਾ ਦੇਣਾ ਪਊਗਾ ਇਸ ਡੈਮੋਕ੍ਰੇਸੀ 'ਚ। ਅੱਜ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ तमाम ਲੀਡਰ ਵਿਜੀਲੈਂਸ ਦਫ਼ਤਰ ਦੇ ਬਾਹਰ ਪਹੁੰਚਦੇ ਨੇ ਤੇ ਉੱਥੇ ਵਿਜੀਲੈਂਸ ਨੂੰ ਲਲਕਾਰਦੇ ਨੇ ਕਿ ਅੱਜ ਭਾਰਤ ਭੂਸ਼ਣ ਆਸ਼ੂ ਇੱਥੇ ਖੜੇ ਨੇ, ਜੇ ਉਹਨਾਂ ਨੇ ਗ੍ਰਿਫਤਾਰ ਕਰਨਾ ਤਾਂ ਕਰ ਲਓ। ਧਰਨੇ ਤੋਂ ਬਾਅਦ, ਮੈਮੋਰੰਡਮ ਦੇਣ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਰਵਨੀਤ ਸਿੰਘ ਬਿੱਟੂ ਲੁਧਿਆਣੇ ਪਹੁੰਚਦੇ ਨੇ ਤੇ ਇੱਕ ਸਲੂਨ ਦੇ ਵਿੱਚ ਜਾਂਦੇ ਨੇ ਤੇ ਜਿੱਥੇ ਆ ਕੇ ਵਿਜੀਲੈਂਸ ਦੀ ਟੀਮ ਉੱਥੇ ਹਾਈ ਵੋਲਟੇਜ ਡਰਾਮੇ ਦੇ ਦੌਰਾਨ ਭਾਰਤ ਭੂਸ਼ਣ ਆਸ਼ੂ ਨੂੰ ਹਿਰਾਸਤ ਵਿੱਚ ਲੈਣ ਲਈ ਪਹੁੰਚਦੇ ਨੇ। ਭਾਰਤ ਭੂਸ਼ਣ ਆਸ਼ੂ ਨੂੰ ਫਿਲਹਾਲ ਤਾਂ ਵਿਜੀਲੈਂਸ ਨੇ ਆਪਣੀ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈ, ਲੇਕਿਨ ਉੱਥੇ ਸਭ ਤੋਂ ਵੱਧ ਵਿਰੋਧ ਕਰਨ ਵਾਲੇ ਰਵਨੀਤ ਸਿੰਘ ਬਿੱਟੂ, ਕਾਂਗਰਸ ਦੇ ਫਾਇਰ ਬ੍ਰਾਂਡ ਲੀਡਰ ਸਾਡੇ ਨਾਲ ਮੌਜੂਦ ਨੇ। ਬਿੱਟੂ ਜੀ, ਸਵੇਰੇ ਵੀ ਤੁਸੀਂ ਉੱਥੇ ਵਿਜੀਲੈਂਸ ਦਫ਼ਤਰ ਦੇ ਵਿੱਚ ਅਸੀਂ ਸੁਣਦੇ ਰਹੇ ਹਾਂ, ਤੁਸੀਂ ਚੈਲੰਜ ਹੀ ਕਰਦੇ ਰਹੇ ਹੋ ਵਿਜੀਲੈਂਸ ਨੂੰ ਵੀ ਕਰ ਲਓ। ਇੱਥੇ ਵੀ ਤੁਸੀਂ ਅੱਜ ਬੜਾ ਅੜੇ ਹੋ ਵੀ ਗ੍ਰਿਫਤਾਰ ਕਰਨ ਆਇਆ, ਤੁਸੀਂ ਤਾਂ ਆਪ ਕਹਿੰਦੇ ਸੀ ਅਰੈਸਟ ਕਰ ਲਓ। ਜੇ ਉਹਨਾਂ ਨੇ ਅਰੈਸਟ ਕਰ ਲਿਆ ਫਿਰ ਕਾਂਗਰਸ ਨੂੰ ਤਕਲੀਫ ਕੀ ਹੈ? ਮੱਕੜ ਸਾਹਿਬ, ਤੁਸੀਂ ਮੈਂ ਸਮਝਦਾ ਬੜੀਆਂ ਸਰਕਾਰਾਂ ਦੇਖੀਆਂ ਏ ਤੇ ਤੁਸੀਂ ਇਹ ਚੀਜ਼ਾਂ ਵੀ ਦੇਖੀਆਂ ਵੀ ਕਿਵੇਂ ਸਰਕਾਰਾਂ ਬਦਲਦੀਆਂ ਜਦੋਂ ਵੈਂਡੇਟਾ ਦੀ ਪੋਲਿਟਿਕਸ ਹੁੰਦੀ ਹੈ। ਕੋਈ ਆਪਣੇ ਦੇਸ਼ ਜਾਂ ਸੂਬੇ 'ਚ ਨਵੀਂ ਗੱਲ ਨਹੀਂ ਗੀ। ਉਸੇ ਤਰੀਕੇ ਨਾਲ ਇਹ ਵੀ ਉਹਦੀ ਇੱਕ ਕੜੀ ਆ। ਹਾਂ, ਪਹਿਲਾਂ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਦਾਂ ਵੀ ਜਦੋਂ ਤੁਸੀਂ ਆਪ ਸਵੇਰੇ, ਕਿਉਂਕਿ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਸਾਨੂੰ ਇਹ ਗੱਲ ਦਾ ਪਤਾ ਸੀ ਵੀ 18 ਤਰੀਕ ਨੂੰ ਆਸ਼ੂ ਜੀ ਜਿਹੜੇ ਮੰਤਰੀ ਨੇ ਉਹਨਾਂ ਨੂੰ ਨਾਮਜ਼ਦ ਕਰ ਲਿਆ। ਸਾਡਾ ਇੱਕ ਨਾਗਰਿਕ ਹੋਣ ਦੇ ਸਾਡਾ ਡਿਊਟੀ ਆ, ਜੇ ਇੱਕ ਮੰਤਰੀ ਰਿਹਾ ਹੋਇਆ ਐਕਸ ਐਮਐਲਏ ਤੇ ਉਹ ਜੇ ਭੱਜੇ ਭਗੌੜਾ ਹੋਵੇ ਉਹ ਚੰਗੀ ਨਹੀਂ ਲੱਗਦੀ ਗੱਲ। ਤੇ ਦੂਜੀ, ਮੁੱਖ ਮੰਤਰੀ ਸਾਹਿਬ ਸਪੀਚਾਂ ਕਰਦੇ ਆ ਵੀ ਬਾਹਰ ਵਿਦੇਸ਼ ਭੱਜ ਗਏ ਜੀ, ਭਗੌੜੇ ਹੋ ਗਏ ਜੀ, ਅਸੀਂ ਜਾਏ ਹੁਣ 6 ਮਹੀਨੇ। ਅਸੀਂ ਤਾਂ ਉਸ ਨੂੰ ਦੇਖਦੇ ਹੋਏ ਵੀ 18 ਨੂੰ ਸਾਡੇ ਤੇ ਪਰਚਾ ਦਰਜ ਹੋ ਗਿਆ, ਅਸੀਂ ਜਾ ਕੇ ਅਰੈਸਟ ਦਈਏ। ਤੇ ਅੱਜ ਤੋਂ ਕੁਝ ਦਿਨ ਪਹਿਲਾਂ ਸਾਰਿਆਂ ਨੇ, ਆਸ਼ੂ ਨੇ ਵੀ, ਅਸੀਂ ਵੀ, ਡੀਜੀਪੀ ਸਾਹਿਬ ਨੂੰ ਵੀ, ਐਸਐਸਪੀ ਸਾਹਿਬ ਨੂੰ ਵੀ ਪੁੱਛਿਆ, ਹੋਰਾਂ ਨੂੰ ਵੀ ਗੱਲ ਕੀਤੀ ਵੀ ਭਾਈ ਦੱਸੋ ਅਸੀਂ ਇਸ 'ਚ ਕਿੱਥੇ ਦੇਣ ਆਈਏ। ਪਰ ਉਹਨਾਂ ਦੀ ਮਨਸ਼ਾ ਕੁਝ ਹੋਰ ਸੀ। ਚਲੋ ਉਹ ਤੇ ਵੀ ਆਉਣਾ। ਅੱਜ ਸਵੇਰੇ ਅਸੀਂ ਵਿਜੀਲੈਂਸ ਦਫ਼ਤਰ ਵੀ ਸਾਨੂੰ ਭਾਈ ਆ ਸਾਡੇ ਮੰਤਰੀ ਨੇ ਐਕਸ ਹਾਲੇ ਆਂਦੇ, ਉੱਥੇ ਲੁਧਿਆਣਾ ਪੁਲਿਸ ਗਈ ਵੀ ਹੋਈ ਸੀ, ਪਰ ਉਹਨਾਂ ਨੇ ਉਸ ਵੇਲੇ ਉਹਨਾਂ ਦਾ ਕੀ ਮਨਸੂਬਾ ਸੀ ਉਹ ਮੈਂ ਤੁਹਾਨੂੰ ਦੱਸ ਦਿੰਦਾ। ਉੱਥੇ ਚਲੋ ਉਹਨਾਂ ਨੇ ਸਾਨੂੰ ਮਿਲਣੋਂ ਵੀ ਮਨਾ ਕਰਤਾ ਤੇ ਆਸ਼ੂ ਜੀ ਨੂੰ ਕਿਹਾ ਵੀ ਤੁਸੀਂ ਘਰੇ ਜਾਓ। ਅਸੀਂ ਉਹਨਾਂ ਨੂੰ ਨਹੀਂ ਕਿਹਾ ਸੀ ਵੀ ਲੁਧਿਆਣੇ ਜਾ ਕੇ ਅਸੀਂ ਐਸਐਸਪੀ ਸਾਹਿਬ ਕੋਲ ਚਲੇ ਜਾਂਦੇ ਹਾਂ, ਵਿਜੀਲੈਂਸ ਕੋਲ ਜਿੱਥੇ ਪਰਚਾ ਦਰਜ ਹੋਇਆ ਹੈ। ਪਰ ਉਹਨਾਂ ਦਾ ਮਨਸ਼ਾ ਇਹ ਸੀ ਵੀ ਅਸੀਂ ਇਹਨਾਂ ਨੂੰ ਇੱਕ ਫਿਲਮੀ ਤਰੀਕਾ ਨਹੀਂ ਹੁੰਦਾ ਵੀ ਜਿਵੇਂ ਰਾਤ ਸਾਧੂ ਸਿੰਘ ਧਰਮਸੋਤ ਨੂੰ 3 ਵਜੇ ਚੱਕਿਆ ਸੀ, ਵੀ ਇੱਕ ਸੈਂਸੇਸ਼ਨ ਮੀਡੀਆ 'ਚ ਦਿਖਾਉਣੀ
ਵੀ ਆਹ ਦੇਖੋ ਆਸ਼ੂ ਜੀ ਨੂੰ ਪੁਲਿਸ ਲੈ ਕੇ ਜਾ ਰਹੀ ਹੈ, ਫੜ ਕੇ ਚੱਕ ਕੇ ਲੈ ਕੇ ਜਾ ਰਹੀ ਹੈ, ਭੱਜ ਰਹੇ ਸੀਗੇ, ਅਸੀਂ ਫਲਾਣੇ ਕਮਰੇ ਚੋਂ ਚੱਕਿਆ, ਅਸੀਂ ਛਾਲ ਮਾਰ। ਸਾਨੂੰ ਇਹ ਗੱਲ ਦਾ ਕਲੀਅਰ ਪਤਾ ਸੀ ਤੇ ਅਸੀਂ ਉਹ ਹੋਣ ਨਹੀਂ ਦੇਣਾ ਚਾਹੁੰਦੇ ਸੀ ਵੀ ਲੋਕਾਂ ਨੂੰ ਗਮਰਾਹ ਨਾ ਕਰਨ। ਅਸੀਂ ਇੱਥੇ ਆ ਗਏ, ਜਿਵੇਂ ਤੁਸੀਂ ਕਿਹਾ, ਇਕੱਠੀਆਂ ਗੱਡੀਆਂ 'ਚ ਸਾਡੇ ਲੁਧਿਆਣੇ ਦੇ ਹੋਰ ਸਾਰੇ ਕਾਉਂਸਲਰ ਸਾਹਿਬਾਨ, ਸੀਨੀਅਰ ਲੀਡਰ ਨਾਲ ਸੀ ਤੇ ਅਸੀਂ ਆਸ਼ੂ ਦੇ ਘਰੇ ਆ ਗਏ। ਉੱਥੇ ਬੈਠੇ ਰਹੇ, ਉੱਥੇ ਬਾਹਰ ਵਿਜੀਲੈਂਸ ਵਾਲੇ ਗੇੜੇ ਮਾਰਦੇ ਰਹੇ ਵੀ ਅਸੀਂ ਕਿਹਾ ਚਲੋ ਇੱਥੋਂ ਲੈ ਜਾਣਗੇ ਆਸ਼ੂ ਜੀ ਨੂੰ। ਆਪਣਾ ਪੁਲਿਸ ਨੂੰ ਇਹ ਵੀ ਗੱਲ ਮੈਂ ਕਹਿਣਾ ਵੀ ਪੁਲਿਸ ਨੂੰ ਕੋਈ ਦੱਸਣ ਦੀ ਪੁੱਛਣ ਦੀ ਲੋੜ ਨਹੀਂ ਹੁੰਦੀ, ਪੁਲਿਸ ਕੋਲ ਪਾਵਰ ਆ, ਕਿਸੇ ਨੂੰ ਵੀ ਲਿਜਾ ਸਕਦੇ ਆ। ਪਰ ਉੱਥੇ ਅਸੀਂ 2 ਘੰਟੇ ਬੈਠੇ ਰਹੇ। ਉਦੋਂ ਬਾਅਦ ਅਸੀਂ ਆਪਣੀਆਂ ਗੱਡੀਆਂ 'ਚ ਬਹਿ ਕੇ ਮੈਂ ਇੱਧਰ ਆਪਣੇ ਘਰ ਵੱਲ ਨੂੰ ਚੱਲਿਆ, ਉਹ ਸਲੂਨ ਦੇ ਵਿੱਚ ਆਪਣੇ ਜਿਹੜਾ ਇੱਥੇ ਕਟਿੰਗ ਕਰਾਉਣ ਆਪਣੇ ਚਲੇ ਗਏ। ਮਿੰਟ 2 ਨਹੀਂ ਹੋਏ ਕਿਉਂਕਿ ਸਾਡੇ ਮਗਰੀ ਉਹ ਗੱਡੀਆਂ ਸੀ। ਤੇ ਉਦੋਂ ਬਾਅਦ ਜਦੋਂ ਉਹਨਾਂ ਨੂੰ ਕੱਲਾ ਦੇਖਿਆ, ਉਹਨਾਂ ਨੂੰ ਉਹ ਅਸੀਂ ਗੱਡੀਆਂ ਅਜੇ ਮੋੜ ਹੀ ਰਹੇ ਆ ਤੇ ਜਦ ਹੀ ਸਾਨੂੰ ਗੱਡੀਆਂ ਇੱਕਦਮ ਦਿਖ ਗਈਆਂ ਵੀ ਇਹ ਕੌਣ ਬੰਦੇ ਨੇ। ਜਦੋਂ ਅਸੀਂ ਪਹੁੰਚੇ ਆ ਤੇ ਕੋਈ, ਚਲੋ ਮੈਂ ਇਹ ਵੀ ਮੰਨਦਾ ਵਿਜੀਲੈਂਸ ਵਰਦੀ 'ਚ ਨਹੀਂ ਹੁੰਦੀ, ਉਹਨਾਂ ਨੂੰ ਅਸੀਂ ਜਾ ਕੇ ਤੁਸੀਂ ਜਿਹੜੀ ਗੱਲ ਕਹੀ ਆ, ਅਸੀਂ ਇਹ ਗੱਲ ਨਹੀਂ ਸੀ, ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਕੌਣ ਹੋ, ਕੋਈ ਅੱਤਵਾਦੀ ਹੋ, ਬਦਮਾਸ਼ ਹੋ, ਗੁੰਡੇ ਹੋ, ਕੈਸਾ ਮਾਹੌਲ ਆ ਪੰਜਾਬ 'ਚ ਤੁਹਾਨੂੰ ਪਤਾ ਬਈ ਭਾਈ ਜੇ ਵਿਜੀਲੈਂਸ ਵਾਲੇ ਹੋ ਤਾਂ ਸਾਨੂੰ ਕੋਈ ਆਈ ਕਾਰਡ ਦਿਖਾ ਦਿਓ, ਕੋਈ ਸੰਬੰਧ ਦਿਖਾ ਦਿਓ, ਚਲੋ ਉਹ ਵੀ ਨਹੀਂ, ਪਰ ਤੁਸੀਂ ਪਛਾਣ ਕੋਈ ਵਰਦੀ 'ਚ ਦਿਖਾ ਦਿਓ। ਤੁਹਾਡੇ 'ਚੋਂ ਤੁਸੀਂ ਤਾਂ ਐਂ ਲੱਗ ਰਹੇ ਹੋ ਕੋਈ ਭੇਸ ਬਦਲ ਕੇ ਜਿਵੇਂ ਕਿੱਥੋਂ ਕੌਣ ਆਏ ਹੋ। ਉਹਨਾਂ ਨਾਲ ਇਹ ਫਿਰ ਉਹ ਕਹਿੰਦੇ ਜੀ ਅਸੀਂ ਤਾਂ ਫਾਈਲ ਭੁੱਲ ਆਏ। ਅੱਧਾ ਘੰਟਾ ਹੋ ਗਿਆ ਟੈਲੀਫੋਨਾਂ ਤੇ ਅਫਸਰਾਂ ਨੂੰ ਕਹਿ ਰਹੇ ਸੀ ਫਾਈਲ ਭੇਜੋ, ਫਾਈਲ ਭੇਜੋ, ਕੋਈ ਫਾਈਲ ਨਾ ਆਈ। ਫਿਰ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਜੇ ਤੁਸੀਂ ਅਸਲੀ ਹੋ ਬੈਠੋ ਗੱਡੀ 'ਚ, ਅਸੀਂ ਵਿਜੀਲੈਂਸ ਦਫ਼ਤਰ ਆਪ ਚੱਲਦੇ ਹਾਂ। ਤੇ ਮੈਂ ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਨੂੰ, ਨਾਲ ਵਿਜੀਲੈਂਸ ਵਾਲੇ ਬਹਿ ਗਏ। ਉਹ ਤਾਂ ਉੱਥੇ ਜਾ ਕੇ ਪਤਾ ਲੱਗਣਾ ਸੀ ਵਿਜੀਲੈਂਸ ਵਾਲੇ ਜਾਂ ਕੌਣ ਆ। ਅਸੀਂ ਉਹਨਾਂ ਨੂੰ ਵੀ ਕਿਹਾ ਗੱਡੀ 'ਚ ਬੈਠੋ ਤੇ ਆਸ਼ੂ ਜੀ ਬਹਿ ਗਏ, ਅਸੀਂ ਬਹਿ ਕੇ ਵਿਜੀਲੈਂਸ ਦਫ਼ਤਰ ਚਲੇ ਗਏ। ਉੱਥੇ ਐਸਐਸਪੀ ਦੇ ਸਾਹਮਣੇ ਕਿਹਾ ਵੀ ਭਾਈ ਆਹ ਬੰਦੇ ਆਇਆ, ਦੱਸੋ ਜੀ। ਉਹ ਕਹਿੰਦੇ ਹਾਂ ਅਸੀਂ ਆਸ਼ੂ ਜੀ ਨੂੰ ਆਹ ਪਰਚਾ ਤੁਹਾਡੇ ਮੂਹਰੇ ਉਹਨਾਂ ਨੇ ਸਾਨੂੰ ਫੜਾਤਾ, 18 ਤਰੀਕ ਦਾ ਦਰਜ ਹੋਇਆ। ਫਿਰ ਅਸੀਂ ਕਿਹਾ ਜੀ ਅਸੀਂ ਤਾਂ ਇਹੀ ਕਹਿ ਰਹੇ ਹਾਂ ਵੀ ਸਾਨੂੰ ਅਰੈਸਟ ਕਰ, ਤੁਸੀਂ ਕਰਨ ਨੂੰ ਐਫਆਈਆਰ ਕੀਤੀ ਹੋਈ ਆ ਤੇ ਪਰ ਆਹ ਕਿਉਂ ਕਰਨ ਦੀ ਲੋੜ ਸੀਗੀ। ਚਲੋ ਉਦੋਂ ਬਾਅਦ ਹੁਣ ਉਹ ਅਰੈਸਟ ਨੇ। ਜੋ ਉਹ ਚਾਹੁੰਦੇ ਸੀ ਵੀ ਅਸੀਂ 1-2 ਰਾਤਾਂ ਪਤਾ ਨਾ ਲੱਗੇ ਚੱਕ ਕੇ ਪਹਿਲਾਂ ਇੰਟਰੋਗੇਸ਼ਨ ਕਰੀਏ, ਫਿਰ ਇਹਨਾਂ ਦੇ ਉੱਤੇ ਝੂਠੇ ਮੁਕੱਦਮੇ ਪਾਈਏ, ਉਹ 'ਚੋਂ ਅਸਫਲ ਹੋ ਗਏ। ਗੱਲ ਤਾਂ ਇੰਨੀ ਆ, ਉਹ ਜੋ ਦਿਖਾਉਣਾ ਚਾਹੁੰਦੇ ਸੀ ਹਿਮਾਚਲ ਜੈਕਸ਼ਨ 'ਚ, ਕਿਉਂਕਿ ਦਿੱਲੀ 'ਚ ਸਿਸੋਦੀਆ ਸਾਹਿਬ ਜਿਹੜੇ ਡਿਪਟੀ ਇਹਨਾਂ ਦੇ ਚੀਫ ਮਿਨਿਸਟਰ ਨੇ, CBI ਆਈ 8:30 ਵਜੇ, 12 ਵਜੇ ਉਹਨਾਂ ਦੇ ਘਰੇ ਪੁੱਛਤਾਛ ਕਰਕੇ ਉਹ ਚਲੀ ਗਈ। ਹੁਣ ਜੇ ਉਹਨਾਂ ਨੂੰ ਕੁਝ ਨਿਕਲੂਗਾ ਉਹ ਰੈਸਟ ਵਾਰੰਟ ਦੇ ਦੇਣਗੇ, ਲੈ ਕੇ ਆ ਜਾਣਗੇ, ED ਪੁੱਛਤਾਛ ਕਰੂਗੀ। ਇਹ ਆਸ਼ੂ ਦੀ ਪੁੱਛਤਾਛ ਜਿਵੇਂ ਹੁਣ ਕਰਨ, ਜੇ ਉਹਨਾਂ ਤੇ ਕੁਝ ਨਿਕਲਦਾ, ਇਹ ਪਹਿਲਾਂ ਇਹ ਪੁੱਠਾ ਕੰਮ ਆ ਉਰੇ ਵੀ ਪਹਿਲਾਂ ਬੰਦੇ ਨੂੰ ਚੱਕ ਲਓ, ਫਿਰ ਉਹਨੂੰ ਕੁੱਟੋ, ਮਾਰੋ, ਉਹਦੇ ਕਰੰਟ ਲਾਓ, ਉਹਨਾਂ ਦੇ PA ਚੱਕ ਲਓ, ਉਹਨਾਂ ਦੇ ਵਰਕਰ ਚੱਕ ਲਓ, ਫਿਰ ਉਹਨਾਂ ਤੋਂ ਝੂਠੇ ਠੇਕੇਦਾਰਾਂ ਤੋਂ ਬਿਆਨ ਦਵਾ ਕੇ ਪਰਚੇ ਦਰਜ ਕਰ ਦਿਓ। ਹੁਣ ਜੋ ਇਹਨਾਂ ਨੇ ਉੱਥੇ ਲਿਕਰ 'ਚ ਕੀਤਾ ਹੈ, ਜੋ ਇਹਨਾਂ ਨੇ ਉਸ ਟ੍ਰੇਡ ਦੇ ਵਿੱਚ ਹਜ਼ਾਰਾਂ ਕਰੋੜ ਉੱਥੋਂ ਕਮਾ ਕੇ ਦਿੱਲੀ 'ਚੋਂ ਕੋਵਿਡ ਦੌਰਾਨ ਉਹ ਸਾਰਾ ਪੈਸਾ ਇਲੈਕਸ਼ਨਾਂ 'ਚ ਲਾਇਆ ਪੰਜਾਬ ਦੀਆਂ 'ਚ। ਹੁਣ ਕੀ ਕਰ ਰਹੇ ਸੀ, ਉਹੀ ਠੇਕੇਦਾਰ ਸਾਰੇ ਜਿਨ੍ਹਾਂ ਦੇ ਨਾਂ ਆਏ ਨੇ CBI ਨੇ ਦਿੱਤੇ ਆ, ਉਹੀ ਠੇਕੇਦਾਰਾਂ ਨੂੰ ਠੇਕਾ ਭਗਵੰਤ ਮਾਨ ਨੇ ਦਿੱਤੇ ਆ। ਉਹਨਾਂ ਤੋਂ ਹਜ਼ਾਰਾਂ ਕਰੋੜ ਲਿਆ ਹਿਮਾਚਲ ਤੇ ਗੁਜਰਾਤ ਇਲੈਕਸ਼ਨ 'ਚ। ਉਹ ਚੀਜ਼ ਸਿਸੋਦੀਆ ਦੀ ਜਦੋਂ, ਕਿਉਂਕਿ ਅਸੀਂ ਪਰਸੋਂ ਹੀ ਪ੍ਰੈਸ ਕਾਨਫਰੰਸ ਕੀਤੀ ਵੀ ਗਵਰਨਰ ਸਾਹਿਬ ਨੂੰ ਇਹ ਕਹਿਣ ਵੀ ਜੇ CBI ਜਿਹੜੀ ਉੱਥੇ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਨੂੰ ਨਾਲ ਪੰਜਾਬ ਦੇ ਜੋੜ ਦਿਓ, ਵੀ ਉਹੀ ਠੇਕੇਦਾਰ ਉੱਥੇ ਨੇ, ਉਹੀ ਠੇਕੇਦਾਰ ਉਰੇ, ਉਹੀ ਪਾਲਿਸੀ ਇੱਥੇ ਆ। ਉਹਨੂੰ ਢੱਕਣ ਦੇ ਲਈ ਇਹ ਇਹਨਾਂ ਨੇ ਜਲਦਬਾਜ਼ੀ ਕਰਕੇ ਆਸ਼ੂ ਜੀ ਨੂੰ ਵੀ ਅਸੀਂ ਫੜ ਕੇ ਕੁਛ ਨਾ ਕੁਛ ਪਾਈਏ ਉਹਨਾਂ ਤੇ, ਉਹਨਾਂ ਦੇ ਕਾਲਾ ਧਨ ਪਾ ਦਈਏ, ਉਹਨਾਂ ਤੇ ਕੋਈ ਹੋਰ ਚੀਜ਼ਾਂ ਪਾ ਦਈਏ। ਉਸ ਚੀਜ਼ ਦਾ ਸਾਨੂੰ ਇਸ ਦਾ ਪਤਾ ਸੀ ਵੀ ਇਹ ਬਹੁਤ BJP ਨੇ ਜਦੋਂ ਇਹਨਾਂ ਨੂੰ ਫੜਿਆ ਉੱਥੇ, ਇਹ ਹਿਮਾਚਲ ਦੀ ਇਲੈਕਸ਼ਨ 'ਚ ਬੜੇ ਘਬਰਾਏ ਹੋਏ, ਇਹਨਾਂ ਦੀ ਕੰਪੇਨ ਬੜੀ ਥੱਲੇ ਡਿੱਗੀ ਆ। ਜਿਵੇਂ ਸੰਗਰੂਰ ਤੋਂ ਪਹਿਲਾਂ ਇਹਨਾਂ ਨੇ ਆਪਣਾ ਮੰਤਰੀ ਫੜਿਆ ਸੀ, ਰਿਜ਼ਲਟ 0 ਆਇਆ। ਹੁਣ ਇਹ ਇਸੇ ਤਰੀਕੇ ਨਾਲ ਕਾਂਗਰਸ ਦੇ ਮੰਤਰੀ ਸਾਬਕਾ ਜਿਹੜੇ ਉਹ ਫੜ ਕੇ ਇੰਪੈਕਟ ਹਿਮਾਚਲ ਇਲੈਕਸ਼ਨ 'ਚ ਪਾਉਣਾ ਚਾਹੁੰਦੇ ਸੀ, ਜਿਹੜਾ ਕਿ ਤੁਹਾਡੇ ਮੂਹਰੇ ਮੀਡੀਆ ਦੇ ਅਸੀਂ ਹੁਣ ਅਰੈਸਟ ਕਰਾ ਲਿਆ। ਮੈਨੂੰ ਨਹੀਂ ਲੱਗਦਾ ਹੁਣ ਕੋਈ ਧੱਕਾ ਇਹ ਕਰ ਸਕਣਗੇ। ਬਿੱਟੂ ਜੀ, ਆਸ਼ੂ ਜੀ ਤੁਹਾਡੇ ਬੜੇ ਕਰੀਬੀ ਰਹੇ, ਉਹਨਾਂ ਨੇ ਦੱਸਿਆ ਨਹੀਂ ਜਿਹੜਾ ਅਨਾਜ ਦਾ ਘੁਟਾਲਾ ਹੈ ਇਹਦਾ, ਇਹ ਕੀ ਇਹਦੀ ਅਸਲੀਅਤ ਹੈਗੀ ਜਿਹੜਾ ਵਿਜੀਲੈਂਸ ਨੇ FIR ਰਜਿਸਟਰ ਕੀਤੀ? ਇਹ ਗੱਲ ਤੁਸੀਂ, ਆਪਾਂ ਲੁਧਿਆਣੇ ਤੋਂ ਆ ਸਾਰੇ, ਤੁਸੀਂ ਸਾਰੀ ਗੱਲ ਆਸ਼ੂ ਜੀ ਨੂੰ ਸਾਰੇ ਆਪਾਂ ਜਾਣਦੇ ਹਾਂ। ਪਹਿਲਾਂ ਮੈਂ ਇਸ ਤੇ ਆਵਾਂ ਵੀ ਇੱਕ ਤੁਸੀਂ ਕਹੋਗੇ ਇੱਕ ਮਹਾਮਾਰੀ ਜਿਹੜੀ 100 ਸਾਲ ਬਾਅਦ ਇੱਕ ਕਰੋਨਾ ਜਿਹਨੂੰ ਕਿਹਾ ਉਹ ਆਈ ਜੀ। ਉਸ ਵੇਲੇ ਕੋਈ ਤੁਹਾਨੂੰ ਪਤਾ ਲੋਕਡਾਊਨ ਹੋਇਆ, ਕਰਫਿਊ ਲੱਗੇ, ਲੋਕ ਇੱਕ ਦੂਜੇ ਕੋਲੋਂ ਜਾਣੋਂ ਡਰਦੇ ਸੀ। ਉਸ ਵੇਲੇ ਮੌਤਾਂ ਹੋਈਆਂ, ਡੈਥ ਹੋਈਆਂ, ਉਹਨਾਂ ਦੇ ਸੰਸਕਾਰ ਤੇ ਪਰਿਵਾਰ ਦੇ ਜੀ ਨਹੀਂ ਗਏ। ਮੱਕੜ ਸਾਹਿਬ ਇਹ ਆਪਾਂ ਟਾਈਮ ਦੇਖਿਆ, ਆਪਣੇ DSP ਸਾਹਿਬ ਦੀ ਡੈਥ ਹੋਈ,
ਕੋਹਲੀ ਸਾਹਿਬ ਦੀ, ਤੇ ਆਪਾਂ ਕਿਸ ਤਰੀਕੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਜਾਣੋਂ ਡਰਦੇ ਸੀ। ਪਰ ਭਾਰਤ ਭੂਸ਼ਣ ਆਸ਼ੂ ਉਸ ਵੇਲੇ ਮਿਨਿਸਟਰ ਫੂਡ ਸਪਲਾਈ ਸੀ, ਜਿਨ੍ਹਾਂ ਨੇ ਸਾਰੇ ਪੰਜਾਬ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਿਆ, ਲੱਖਾਂ ਲੋਕ ਪਲਾਇਨ ਕਰ ਰਹੇ ਸੀ ਪ੍ਰਵਾਸੀ, ਉਹਨਾਂ ਨੂੰ ਰਾਸ਼ਨ ਲਈ ਦਿੱਤੇ। ਪੰਜਾਬ ਦੇ ਪਿੰਡਾਂ 'ਚ ਲਾਕਡਾਊਨ ਸੀ, ਉੱਥੇ ਰਾਸ਼ਨ, ਮੁਹੱਲਿਆਂ 'ਚ ਰਾਸ਼ਨ ਪਹੁੰਚਿਆ। ਤੇ ਕੋਈ ਪੰਜਾਬ 'ਚ ਕੋਈ ਭੁੱਖਾ ਤਾਂ ਮਰ ਹੀ ਨਹੀਂ ਸਕਦਾ ਗੁਰੂ ਦੀ ਧਰਤੀ 'ਚ, ਪਰ ਕਿਸੇ ਨੇ ਇਹ ਲਾਂਭਾ ਵੀ ਨਹੀਂ ਦਿੱਤਾ ਸਾਨੂੰ ਰਾਸ਼ਨ ਨਹੀਂ ਮਿਲਿਆ। ਉਹ ਇਹ ਭਾਰਤ ਭੂਸ਼ਣ ਆਸ਼ੂ ਆ। ਉਦੋਂ ਬਾਅਦ ਮੈਂ 1 ਮਿੰਟ ਮਾਫੀ ਚਾਹੁੰਦਾ, ਟਾਈਮ ਲੈ ਰਿਹਾ, ਕਿਉਂਕਿ ਇਹ ਯਾਦ ਕਰਾਉਣਾ ਵੀ ਜ਼ਰੂਰੀ ਆ। ਇਹ 1 ਸਾਲ ਦਾ ਐਜੀਟੇਸ਼ਨ ਚੱਲਿਆ, ਕਿਸਾਨ ਐਜੀਟੇਸ਼ਨ, ਜਿਹ 'ਚ 700 ਕਿਸਾਨ ਸਾਡਾ ਸ਼ਹੀਦ ਹੋਇਆ। 2 ਫਸਲਾਂ, ਕਣਕ ਦੀ ਪਹਿਲਾਂ ਤੇ ਝੋਨੇ ਦੀ ਪੈੜੀ, 2 ਫਸਲਾਂ ਉਸ ਦੌਰਾਨ ਪੰਜਾਬ ਦੀਆਂ ਚੱਕੀਆਂ। ਤੇ ਉਹਨਾਂ ਨੇ ਇਹ ਕਿਹਾ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਆਸ਼ੂ ਜੀ ਮੰਤਰੀ ਸੀ, ਵੀ ਤੁਹਾਨੂੰ ਕਿਸੇ ਨੂੰ ਆਉਣ ਦੀ ਵੀ ਲੋੜ ਨਹੀਂ, ਤੁਹਾਡੀ ਫਸਲ ਵੀ ਚੱਕੀ ਜਾਊਗੀ, ਫਸਲ ਚੱਕੀਗੀ ਵੀ। ਇੱਕ ਵੀ ਕਿਸਾਨ ਨੂੰ, ਹੋਰ ਵੱਡੀ ਗੱਲ, ਆਉਣ ਦੀ ਲੋੜ ਨਹੀਂ ਪਈ ਧਰਨੇ ਤੋਂ। ਇੱਕ ਵੀ ਕਿਸਾਨ, ਇੱਕ ਅੱਜ ਵੀ ਤੁਸੀਂ ਇੰਟਰਵਿਊ ਕਰ ਲਿਓ, 70,000 ਕਰੋੜ ਦੀ 1 ਸਾਲ ਦੀ ਫਸਲ ਚੱਕੀ ਜਾਂਦੀ ਆ। ਇਹ ਟਰੱਕਾਂ ਦੇ ਨੰਬਰਾਂ ਦੀ ਗੱਲ ਤੇ ਮੈਂ ਆਉਣਾ। ਉਸ ਵੇਲੇ ਔਨ ਰਿਕਾਰਡ ਤੁਹਾਡੇ ਮੀਡੀਆ 'ਚ ਤੁਹਾਡੀਆਂ ਰਿਪੋਰਟਸ ਨੇ, ਲੱਖਾਂ ਲੀਟਰ ਸੈਨੀਟਾਈਜ਼ਰ ਪਹੁੰਚਿਆ, ਲੱਖਾਂ ਮਾਸਕ ਪਹੁੰਚੇ। ਇੱਕ ਵੀ ਨਾ ਕਿਸਾਨ ਨਾ ਮਜ਼ਦੂਰ ਨੂੰ, ਇੱਕ ਵੀ ਮੰਡੀ 'ਚ ਕੋਈ ਕੋਵਿਡ ਦਾ ਕੇਸ ਨਹੀਂ ਆਇਆ। ਇਹ ਰਿਕਾਰਡ ਆ ਇੱਕ। ਇਹ ਭਾਰਤ ਭੂਸ਼ਣ ਆਸ਼ੂ ਦੇ ਵੇਲੇ ਹੋਇਆ। ਆਰੋਪ ਲਾਉਣੇ ਬੜੇ ਚੰਗੇ ਨੇ, ਲੱਗਦੇ ਆ ਹਰੇਕ ਨੂੰ। ਹਾਂ, ਹੁਣ ਟੈਂਡਰ ਦਿੱਤੇ ਜਾਂਦੇ ਆ, ਹਜ਼ਾਰਾਂ ਮੰਡੀਆਂ ਨੇ ਪੰਜਾਬ 'ਚ ਜਿਨ੍ਹਾਂ ਦੀ ਢੋਆ ਢਵਾਈ ਹੁੰਦੀ ਆ। ਹੁਣ ਆਸ਼ੂ, ਮੈਂ ਕਦੇ ਉਹਨਾਂ ਦੀ ਆ ਕੇ ਤੁਹਾਡੇ ਮੂਹਰੇ ਉਹਨਾਂ ਦੀ ਹਮਾਇਤ ਨਾ ਕਰਾਂ। ਜੇ ਉਹਨਾਂ ਦੀ ਪਾਲਿਸੀ, ਜਿਹੜਾ ਕੈਬਨਿਟ ਮੰਤਰੀ ਦਾ ਕੰਮ ਹੁੰਦਾ, ਕੋਈ ਉਹਨਾਂ ਨੇ ਪਾਲਿਸੀ ਬਣਾਈ, ਜੇ ਐਕਸਚੇਕਰ ਨੂੰ ਉਹ 'ਚ ਕੋਈ, ਸਾਡੇ ਜਿਹੜੇ ਟੈਕਸ ਪੇਅਰ ਨੂੰ ਉਹ 'ਚ ਕੋਈ ਨੁਕਸਾਨ ਹੋਇਆ, ਕੈਬਨਿਟ 'ਚ ਉਹਨਾਂ ਨੇ ਕੋਈ ਪਾਲਿਸੀ ਬਣਾਈ ਗਲਤ, ਤਾਂ ਦੇਣਦਾਰ ਨੇ ਉਹ ਵੀ ਤੇ ਅਸੀਂ ਵੀ, ਕਾਂਗਰਸ ਪਾਰਟੀ ਵੀ। ਇਹ ਟੈਂਡਰ ਅੱਗੇ ਦੇਤੇ, ਜਿਹੜਾ ਵੀ ਟੈਂਡਰ ਕੋਈ ਵੀ, ਜਿਵੇਂ ਉਰੇ ਆ ਤੇਲੂ ਰਾਮ ਦਾ ਨਾਮ ਆ ਰਿਹਾ, ਉਹ ਤੇਲੂ ਰਾਮ ਨੂੰ ਟੈਂਡਰ ਮਿਲ ਗਿਆ। ਉਦੋਂ ਬਾਅਦ ਮਹਿਕਮੇ ਨੇ ਦੇਖਣਾ ਥੱਲੇ ਟੈਂਡਰ। ਇੱਕ ਹੋਰ ਸੁਣੋ, ਟੈਂਡਰ ਦੇਣਾ ਕਿਹਨੇ ਆ? ਡਿਸਟ੍ਰਿਕਟ ਕਮੇਟੀ ਬਣਦੀ ਹੈ। ਡਿਸਟ੍ਰਿਕਟ ਕਮੇਟੀ 'ਚ ਡਿਪਟੀ ਕਮਿਸ਼ਨਰ ਹੁੰਦਾ ਤੇ DFSO ਹੁੰਦਾ ਹੈ, ਤੇ ਬਾਕੀ ਹੋਰ ਅਫਸਰ ਹੁੰਦੇ ਆ ਜਿਨ੍ਹਾਂ ਨੇ ਟੈਂਡਰ ਕਮੇਟੀ ਦਾ ਫੈਸਲਾ, ਅੱਜ ਕਿਹਨੂੰ ਟੈਂਡਰ ਮਿਲੂਗਾ, ਉਹ 'ਚ ਕੋਈ ਆਸ਼ੂ ਦਾ ਰੌਲਾ ਨਹੀਂ। ਤੇ ਜਿਹੜੇ ਟਰੱਕ ਨੇ 17 ਲੱਭੇ ਆ ਇਹਨਾਂ ਨੇ, ਆਸ਼ੂ ਦਾ, ਭਾਰਤ ਭੂਸ਼ਣ ਆਸ਼ੂ ਦਾ ਕੰਮ ਆ ਵੀ ਮੰਡੀਆਂ 'ਚ ਟਰੱਕ ਦੇਖਣੇ, ਜਿੱਥੇ ਲੱਖਾਂ ਟਰੱਕ ਢੋਆ ਢਵਾਈ ਕਰਦੇ ਆ। ਤੇ ਦੂਜੀ ਗੱਲ, ਇਹ ਤੁਸੀਂ ਵੀ ਜਾਣਦੇ ਹੋ, ਇਹ ਜਿਹੜੀ ਟੈਂਡਰ ਦੀ ਪਾਲਿਸੀ ਆ, ਉਹਦੇ ਵਿੱਚ ਪੈਸੇ ਕਿਸ ਚੀਜ਼ ਦੇ ਮਿਲਣੇ ਆ? ਲਿਫਟਿੰਗ ਦੇ। ਬਈ ਕਿੰਨੇ ਕਿਲੋਮੀਟਰ ਮਾਲ ਗਿਆ ਤੇ ਕਿੰਨੇ ਕੁਆਂਟਲ ਗਿਆ, ਉਸ ਹਿਸਾਬ ਨਾਲ ਪੈਸੇ ਮਿਲਣੇ ਆ। ਉਹ ਤੁਸੀਂ ਟਰਾਲੀ 'ਚ ਲੈ ਗਏ, ਟਰੈਕਟਰ 'ਚ ਲੈ ਗਏ, ਟਰੱਕ 'ਚ। ਮੈਂ ਆਪ ਟਰੱਕ ਯੂਨੀਅਨ ਦਾ ਪ੍ਰਧਾਨ ਰਿਹਾ ਹਾਂ 2008-7 'ਚ। ਜਿਹੜੇ ਚੰਗੇ ਵੱਡੇ ਟਰੱਕ ਨੇ, ਇਹ ਔਨ ਰਿਕਾਰਡ ਮੈਂ ਗੱਲ ਕਰ ਰਿਹਾ, ਕਿਸੇ ਨੂੰ ਪੁੱਛ ਲਿਓ, ਜਿਹੜੇ ਤਾਂ ਟਰੱਕ ਵੱਡੇ ਨਵੇਂ ਨੇ, ਟਰਾਲੇ ਨੇ, ਉਹ ਚੱਲਦੇ ਆ GT ਰੋਡਾਂ ਤੇ। ਜਿਹੜੇ ਛਕੜੇ ਟਰੱਕ ਨੇ, S ਮਾਡਲ, D ਮਾਡਲ, ਜਿਹੜੇ ਖੜੇ ਆ, ਜਿਨ੍ਹਾਂ ਦਾ ਵਿਚਾਰਾ ਟੈਕਸ ਨਹੀਂ, ਉਹ ਲੋਕਲ ਸਾਡੀਆਂ ਯੂਨੀਅਨਾਂ ਹੁੰਦੀਆਂ, ਉਹ ਤਾਂ ਖਤਮ ਕਰਤੀਆਂ ਸੀ ਪਰ ਫੇਰ ਬਹਾਲ ਹੋ ਗਈਆਂ। ਉਹ ਟਰੱਕ ਜਿਹੜੇ ਨੇ, ਉਹ ਵਿਚਾਰੇ 20-20 ਹਜ਼ਾਰ, 50-50 ਹਜ਼ਾਰ ਦੇ ਗਰੀਬ ਲੋਕਾਂ ਕੋਲ ਟਰੱਕ ਹੁੰਦੇ ਆ। ਉਹ ਜਦੋਂ ਇਹ ਮੰਡੀਆਂ ਦਾ ਕੰਮ ਕਰਦੇ ਆ, ਜਾਂ ਰੇਲ ਦੀ ਸਪੈਸ਼ਲ ਲੱਗਦੀ ਹੈ, ਟ੍ਰੇਨ ਦੀ, ਉਹ 'ਚੋਂ ਲੋਕਲ ਇੱਕ ਸੀਜ਼ਨ 'ਚ 50-50 ਹਜ਼ਾਰ ਰੁਪਇਆ ਕਮਾ ਲੈਂਦੇ ਆ। ਉਹਨਾਂ ਕੋਲ ਕਿੱਥੇ ਟੈਕਸ ਪੈਸੇ ਭਰਨ ਦੇ ਹੁੰਦੇ ਆ, ਜਿਹੜਾ ਰੋਡ ਟੈਕਸ ਭਰ ਸਕਣ ਟਰੱਕਾਂ ਦਾ। ਉਹਦੇ ਉੱਤੇ ਉਹ ਟਰੱਕ 'ਚ ਕੋਈ, ਟਰੱਕ ਤੇ ਕੋਈ ਸਕੂਟਰ ਦਾ ਨੰਬਰ ਲਾ ਲੈਂਦਾ, ਕੋਈ ਗੱਡੀ ਦਾ ਲਾ ਲੈਂਦਾ, ਕਿਸੇ ਦਾ ਆਪਣੀ ਦਾ, ਕੋਈ ਮੋਟਰਸਾਈਕਲ ਦਾ ਲਾ ਲੈਂਦਾ, ਵੀ ਅਸੀਂ ਆ 15 ਦਿਨ ਦਾ ਕੰਮ ਹੁੰਦਾ, ਉਹ ਕਰਕੇ ਖੜਾ ਕਰ ਦੇਣਾ ਟਰੱਕ, 50,000 ਰੁਪਇਆ ਬਣ ਜੂ। ਉਹਦੇ ਵਿੱਚ ਕੰਮ, ਉਹ ਪੁਲਿਸ ਦਾ ਕੰਮ ਆ ਚੈੱਕ ਕਰਨਾ, DTO ਦਾ ਕੰਮ ਆ, RTO ਦਾ ਕੰਮ ਆ, ਜਾਂ ਮੰਡੀ ਬੋਰਡ ਦਾ, ਜਿਹੜਾ ਮੰਡੀ ਆ, ਮੰਡੀ 'ਚ ਜਿਹੜੇ ਟਰੱਕ ਆਉਣ ਜਾਣਾ, ਉਹ ਮੰਡੀ ਬੋਰਡ ਦੇ ਹੇਠ ਆ, ਉਹ ਆਸ਼ੂ ਦੇ ਹੇਠ ਆ। ਇਸ ਕਰਕੇ ਹਾਸੋਹੀਣ ਗੱਲ ਇੱਕ ਜਿਹੜੀ ਹੋ ਰਹੀ ਆ, ਵੀ ਉਸ ਚੀਜ਼ 'ਚ ਇੱਕ ਕੈਬਨਿਟ ਮੰਤਰੀ ਨੂੰ ਟਰੱਕਾਂ ਦੇ ਜਿਹੜੇ ਆ, ਤੁਹਾਨੂੰ ਮੈਂ ਸਾਰੀ ਦੱਸਤੀ ਗੱਲ, ਉਹ 'ਚ ਕੋਈ ਕੇਸ ਹੁੰਦਾ ਮੰਨਦੇ, ਜਿਹਦੀ ਸ਼ਿਕਾਇਤ ਉਹਨਾਂ ਦੀ 18 ਜਿਹੜੀ ਹੋਈ ਆ, ਉਹਦੇ ਨਾਲ ਤਾਂ ਇੱਕ ਵੀ ਕੋਈ ਜੁੜੀ ਨਹੀਂ ਗੱਲ। ਠੇਕੇਦਾਰ ਜਿਹੜੇ ਨੇ, ਇਹਨਾਂ ਦੀ ਆਪ ਦੀ ਲੜਾਈ ਆ, 100 ਠੇਕੇਦਾਰ ਹਰ ਜਗ੍ਹਾ ਹੈਗਾ ਏ। ਇੱਕ ਨੂੰ ਠੇਕਾ ਮਿਲ ਗਿਆ, ਦੂਜਾ ਦੁਸ਼ਮਣ ਬਣ ਜਾਂਦਾ, ਮੈਨੂੰ ਨਹੀਂ ਮਿਲਿਆ, ਉਹ ਸ਼ਿਕਾਇਤਾਂ ਪਾਉਣ ਲੱਗ ਜਾਂਦਾ। ਤੇ ਇਹ ਜੀ, ਇਹ ਛੋਟੀ ਇੱਕ ਗੱਲ ਕਰਕੇ ਮੈਂ ਸਮਝਦਾ, ਸਿਰਫ ਹਿਮਾਚਲ ਇਲੈਕਸ਼ਨ ਦੇਖ ਕੇ। ਤੇ ਦੂਜੀ ਇੱਕ ਮੈਂ ਜ਼ਰੂਰ ਗੱਲ ਕਹੂੰਗਾ, ਜੇ ਇਹ ਸਰਕਾਰ ਥੋੜੀ ਜਿਹੀ ਵੀ ਇਹਨਾਂ ਦੀ ਸੋਚ ਆ ਪੰਜਾਬ ਬਾਰੇ, ਮਜੀਠੀਆ ਜਿਹਨੂੰ ਸਾਰੀ ਦੁਨੀਆ ਇਹ ਚਾਹੁੰਦੀ ਸੀ ਵੀ ਜੇਲ੍ਹ ਪਿੱਛੇ ਜਾਵੇ, ਇਹਨਾਂ ਦੇ ਹੁੰਦੇ ਉਹ ਮਜੀਠੀਆ ਸਾਹਿਬ
ਅੱਜ 4 ਮਹੀਨੇ ਚੋਂ ਬਾਹਰ ਆ ਗਏ। ਅੱਜ ਪੱਟ ਨੂੰ ਥਾਪੀਆਂ ਮਾਰਦੇ ਆ ਭਗਵੰਤ ਮਾਨ ਸਾਹਿਬ ਤੇ ਬਾਕੀ ਤੁਹਾਨੂੰ ਕੇਜਰੀਵਾਲ ਤੁਹਾਨੂੰ ਲੱਗਦਾ ਵੀ ਸਰਕਾਰ ਦਾ ਕੋਈ ਰੋਲ ਸੀ? ਨਹੀਂ, ਸਰਕਾਰ ਤਾਂ ਪਹਿਲਾਂ ਹੀ ਕੇਜਰੀਵਾਲ ਨੇ ਮਾਫੀ ਮੰਗੀ ਸੀ, ਤੁਹਾਨੂੰ ਯਾਦ ਆ ਨਾ। ਪਹਿਲਾਂ ਜਦੋਂ ਉਹਨੂੰ ਕਿਹਾ ਸੀ ਡੈਫਾਮੇਸ਼ਨ ਕੇਸ 'ਚ ਮਾਫੀ ਮੰਗੀ ਸੀ ਕੋਰਟ 'ਚ, ਤੇ ਹੁਣ ਕਾਂਗਰਸ ਸਰਕਾਰ ਵੇਲੇ ਫੜੇ ਤੇ 4 ਮਹੀਨਿਆਂ 'ਚ ਬੀਜੇਪੀ ਆਮ ਆਦਮੀ ਸਰਕਾਰ ਨੇ ਜਿਹਨੇ ਮਾਫੀ ਮੰਗੀ ਸੀ ਉਹਨੇ ਛੱਡਣਾ ਹੀ ਸੀ ਉਹਨੂੰ। ਉਹ ਜੱਜਮੈਂਟ ਕੀਤੀ ਆ ਪਾਸ ਕੋਰਟ ਨੇ ਵੀ ਕੋਈ ਵੀ ਤੁਸੀਂ ਇੱਕ ਤਾਂ ਪ੍ਰੂਫ ਨਹੀਂ ਲਿਆ ਸਕੇ। ਉਦੋਂ ਬਾਅਦ ਜੋ ਸਰਕਾਰ ਕਾਂਗਰਸ ਦੀ ਚੰਨੀ ਸਰਕਾਰ ਸੁਖਜਿੰਦਰ ਸਿੰਘ ਰੰਧਾਵਾ ਹੋਮ ਮਿਨਿਸਟਰ ਜੋ ਲਫ਼ਜ਼ ਉਸ ਵੇਲੇ ਲਿਖ ਗਏ, ਉਸ ਵੇਲੇ ਤੋਂ ਬਾਅਦ ਇੱਕ ਵੀ ਉਸ ਫਾਈਲ 'ਚ ਅੱਗੇ ਲਾਈਨ ਨਹੀਂ ਵਧੀ। ਇਸ ਗੱਲ ਦਾ ਆਉਣ ਵਾਲੇ ਦਿਨਾਂ 'ਚ ਖੁਲਾਸਾ ਇਹਨਾਂ ਦੇ ਆਪ ਦੇ ਜਿਹੜੇ MLA ਨੇ ਅੰਮ੍ਰਿਤਸਰ ਤੋਂ ਉਹ ਕਰ ਦੇਣਗੇ, ਹੋਰ ਬਥੇਰੇ ਕਰਨਗੇ। ਉਹ ਦੂਜਾ ਇਹਨਾਂ ਦੀ ਆਪ ਦੀ ਇੰਡਸਟਰੀ 'ਚ ਜਿਹੜਾ ਸਭ ਤੋਂ ਚਮਕਦਾ ਸਿਤਾਰਾ ਮੂਸੇਵਾਲਾ ਸਾਹਿਬ 100-150 ਗੋਲੀਆਂ ਮਾਰ ਕੇ ਛਲਣੀ ਕਰਕੇ ਰੱਖ ਗਏ। ਅੱਜ ਹਰ ਐਤਵਾਰ ਉਹਨਾਂ ਦੇ ਜਦੋਂ ਲੋਕ ਲੱਖਾਂ ਇਕੱਠੇ ਹੁੰਦੇ ਆ, ਹਜ਼ਾਰਾਂ, ਉਹਨਾਂ ਦੇ ਪਿਤਾ ਗੱਲ ਕਰਦੇ ਆ, ਉਹ ਗੱਲਾਂ ਵੱਲੋਂ ਡਿਵਰਟ ਕਰਨ ਨੂੰ ਧਿਆਨ, ਕਿਉਂਕਿ ਕਿਸੇ ਗੱਡੀ 'ਚ ID ਲੱਗ ਰਹੀ ਆ, ਕਿਸੇ ਗੱਡੀ ਨੂੰ ਉਡਾਉਣ ਦੀ ਗੱਲ ਹੋ ਰਹੀ ਆ, ਟੋਟਲ ਟੈਰਰਿਜ਼ਮ ਗੈਂਗ ਵਾਰ ਪੰਜਾਬ 'ਚ ਚੱਲ ਰਹੀ ਆ, ਉਹਦੇ ਵੱਤੇ ਧਿਆਨ ਨਹੀਂ। ਪਰ ਆ ਜਿਹੜੇ ਟਰੱਕ ਨੰਬਰ ਜੀ, ਆ ਬੋਰੀਆਂ ਨੰਬਰ ਜੀ, ਇਹ ਲੱਭਣ ਦਾ ਵਿਜੀਲੈਂਸ ਦੇ ਕੋਲ ਟਾਈਮ ਆ। ਇਸ ਕਰਕੇ ਇਹਨਾਂ ਨੂੰ ਇੱਕ ਛੋਟੀ ਜਿਹੀ ਭਗਵੰਤ ਮਾਨ ਤਾਂ ਹਮੇਸ਼ਾ ਇਮਾਨਦਾਰੀ ਦੀ ਗੱਲ ਕਰਦੇ, ਵੀ ਇਮਾਨਦਾਰੀ ਨਾਲ ਸਰਕਾਰ ਚਲਾ ਰਹੇ, ਤੇ ਇਹ ਵੈਂਡੇਟਾ ਤੁਹਾਨੂੰ ਲੱਗਦਾ ਕਿਉਂ ਹੈ, ਵੀ ਕਿਉਂ ਵੈਂਡੇਟਾ ਹੋ ਰਿਹਾ ਫਿਰ ਇਦਾਂ? ਦੇਖੋ, ਭਗਵੰਤ ਮਾਨ ਦੀ ਮੈਂ ਤੁਸੀਂ ਕਹੋਗੇ ਉਹਦੀ ਵੀ ਮਜਬੂਰੀ ਆ। ਅੱਛਾ, ਜਦੋਂ ਦਿੱਲੀ ਵਾਲੇ ਨੰਗੇ ਹੋ ਰਹੇ ਆ, ਉਹ ਆਕਾਂ ਦਾ ਹੁਕਮ ਉਹਨੂੰ ਮੰਨਣਾ ਪੈਂਦਾ ਏ। ਇਹ ਮੈਂ ਇਹ ਨਹੀਂ ਕਹਿ ਸਕਦਾ ਵੀ ਭਗਵੰਤ ਮਾਨ ਇਮਾਨਦਾਰੀ ਦੀ ਗੱਲ ਕਰਦੇ ਸੀ, ਸੱਚਾਈ ਦੀ ਗੱਲ ਕਰਦੇ ਸੀ, ਪਰ ਜਦੋਂ ਹੁਣ ਉਹਨਾਂ ਦਾ ਸਿਸੋਦੀਆ ਤੁਸੀਂ ਦੇਖਿਆ ਨਾ, ਕੱਲ ਗੱਡੀਆਂ ਭਰ ਕੇ ਗਏ ਨਾ, ਚੀਫ ਮਿਨਿਸਟਰ ਉੜ ਕੇ ਜਦੀ ਸਿਸੋਦੀਆ ਅੱਜ ਵੀ ਫੜੇ ਗਏ ਤੇ ਸਾਰੇ ਕੈਬਨਿਟ ਉੱਥੇ ਪਹੁੰਚੀ। ਉਹਨਾਂ ਨੇ ਹੁਕਮ ਕੀਤਾ ਹੋਣਾ ਭਾਈ ਵੀ ਇਹਦਾ ਕਾਊਂਟਰ ਕਿਵੇਂ ਕਰਨਾ, ਆਪਣਾ ਮੁਕਾਬਲਾ ਹਿਮਾਚਲ 'ਚ ਗੁਜਰਾਤ ਕਿਵੇਂ ਹੋਊ। ਬੀਜੇਪੀ ਨੂੰ ਤਾਂ ਅਮਿਤ ਸ਼ਾਹ ਦੇ ਮੂਹਰੇ ਖੰਘ ਵੀ ਨਹੀਂ ਸਕਦੇ। ਅੱਛਾ, ਅਮਿਤ ਸ਼ਾਹ ਦੇ ਮੂਹਰੇ ਇਹ ਖੜ ਮਤਲਬ ਮੈਂ ਸਮਝਦਾ ਕੁਰਸੀ ਤੇ ਬਹਿ ਵੀ ਨਹੀਂ ਸਕਦੇ, ਤੇ ਇਸ ਕਰਕੇ ਉਹਨਾਂ ਨੂੰ ਤਾਂ ਹੱਥ ਪਾ ਨਹੀਂ ਸਕਦੇ। ਤੇ ਇਹ ਗੱਲ ਇਹ ਆ ਵੀ ਮਾੜੀ ਜਿਹੜੀ ਆ ਕਮਜ਼ੋਰ ਬੰਦੇ ਨਾਲ ਕੋਈ ਗੱਲ ਨਹੀਂ, ਕੋਰਟ ਬੈਠੇ ਆ, ਸਾਡੇ ਕੋਲ ਸਾਰੀਆਂ ਰੈਮਡੀਜ਼ ਨੇ, ਅਸੀਂ ਲੜਾਈ ਲੜਾਂਗੇ। ਸਾਡਾ ਵਰਕਰ ਆ ਜਿਹੜਾ ਕਾਂਗਰਸ ਦਾ, ਅੱਜ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਗਿਆ ਆਪਣੇ ਬੰਦਿਆਂ ਦੇ ਪਿੱਛੇ। ਆਉਣ ਵਾਲੇ ਦਿਨਾਂ 'ਚ ਵੀ ਅਸੀਂ ਉਸੇ ਸਵਾਲ ਸੀ ਮੇਰਾ, ਪਹਿਲੇ ਸਾਧੂ ਸਿੰਘ ਧਰਮਸੋਤ ਨੂੰ ਅਰੈਸਟ ਕੀਤਾ ਗਿਆ, ਅੱਜ ਆਸ਼ੂ ਜੀ ਨੂੰ, ਨਾਮ ਹੋਰ ਵੀ ਈਵਨ ਕਿ ਰਾਜਾ ਵੜਿੰਗ ਦਾ ਨਾਮ ਵੀ ਆ ਰਿਹਾ, ਜਾਂ ਹੋਰ ਕਈ ਨਾਮ ਹੈਗੇ ਨੇ ਵੀ ਜਿਨ੍ਹਾਂ ਨੂੰ, ਚਾਹੇ ਵਿਜੇਂਦਰ ਸਿੰਘਲਾ ਹੋਵੇ, ਕਿਤੇ ਨਾ ਕਿਤੇ ਮਤਲਬ ਲੱਗਦਾ ਹੈ ਵੀ ਸ਼ਾਇਦ ਉਹਨਾਂ ਦੇ ਖਿਲਾਫ ਵੀ ਕੋਈ ਇਨਕੁਆਇਰੀ ਖੁੱਲੇ। ਤਾਂ ਕਾਂਗਰਸ ਪਾਰਟੀ ਦਾ ਹੁਣ ਕੀ ਸਟੈਂਡ ਰਹੂਗਾ? ਜਿੱਦਣ ਮਹੱਲਾ ਕਲੀਨਿਕ ਜਲੂਸ ਨਿਕਲੂਗਾ ਫੇਲ ਹੋਊਗੀ, ਜਿੱਦਣ ਇਹਨਾਂ ਦਾ ਸਕੂਲ ਦਾ ਮਾਡਲ ਫੇਲ ਹੋਊਗਾ ਉਰੇ, ਉਦੋਂ ਮੰਤਰੀ ਅਰੈਸਟ ਆ ਸਾਬਕਾ ਹੋਣਗੇ। ਜਦੋਂ ਕਿਸੇ ਵੀ ਪੰਜਾਬ 'ਚ ਜਦੋਂ ਮੂੰਹ ਦਿਖਾਉਣ ਜੋਗੇ ਨਹੀਂਗੇ, ਤੇ ਫਿਰ ਮੀਡੀਆ ਦੀ ਸੁਰਖੀਆਂ ਬਣਾਉਣ ਲਈ ਇਹ ਕੰਮ ਐਡਾਂ ਦੇ ਕੇ ਇਹ ਕੰਮ ਇਹ ਦਿਖਾਉਣਗੇ। ਕਾਂਗਰਸ ਪਾਰਟੀ ਤਾਂ ਯਾਰ ਆਜ਼ਾਦ ਦੇਸ਼ ਕਰਨ 'ਚ ਲੜਦੀ ਆਈ ਆ, ਸ਼ਹਾਦਤਾਂ ਦਿੰਦੀ ਆਈ ਆ। ਪੰਜਾਬ 'ਚ ਟੈਰਰਿਜ਼ਮ ਵੇਲੇ ਕਾਂਗਰਸ ਪਾਰਟੀ ਸੀ, ਆਮ ਆਦਮੀ ਸੀ, ਇਹ ਤਾਂ ਜੰਮੇ ਵੀ ਨਹੀਂ ਸੀ ਉਦੋਂ, ਉਸ ਵੇਲੇ ਲੜਦੀ ਰਹੀ ਆ। ਤੇ ਇਸ ਕਰਕੇ ਇਹ ਤਾਂ ਨਾੜੀ ਨੇ, ਇਹਨਾਂ ਦੇ ਹੱਥ ਠੀਕ ਆ। ਸਾਡੀਆਂ ਕਮੀਆਂ, ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਆਪਸ ਵਿੱਚ ਲੜ ਕੇ ਉਦੋਂ ਸਰਕਾਰ ਇਹਨਾਂ ਦੇ ਹੱਥ ਆ ਗਈ ਤੇ ਕਿਤੇ ਲੱਭਣੇ ਨਹੀਂ ਸੀ। ਇਸ ਕਰਕੇ ਕੋਈ ਗੱਲ ਨਹੀਂ, ਲੋਕ ਦੇਖ ਰਹੇ ਆ ਇਹਨਾਂ ਵੱਲ। ਆਉਣ ਵਾਲੇ ਦਿਨਾਂ 'ਚ ਲੋਕ ਫੈਸਲਾ ਕਰਨਗੇ। ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਵੀ ਆ ਰਹੀਆਂ, ਪਾਰਲੀਮੈਂਟ ਦੀਆਂ ਵੀ ਆ ਰਹੀਆਂ। ਮੁੜ ਕੇ ਇਹ ਤਾਂ ਚੱਕਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਭਾਈ, ਇਹ ਤਾਂ ਚੱਲਦੀਆਂ ਰਹਿੰਦੀਆਂ। ਭਗਵੰਤ ਮਾਨ ਸਾਹਿਬ ਤੇ ਇਹਨਾਂ ਦੀ ਸਰਕਾਰ, ਕੇਜਰੀਵਾਲ ਦਾ ਕੁਝ ਨਹੀਂ ਜਾਣਾ, ਉਹ ਤਾਂ ਦਿੱਲੀ ਬੈਠਾ ਏ, ਕਿਸੇ ਦਾ ਉਹਨਾਂ ਦਾ ਵਿਗੜਨਾ ਨਹੀਂ ਕੁਝ। ਤੇ ਤੁਸੀਂ ਪੰਜਾਬ 'ਚ ਜਿਹੜੇ ਵੈਰ ਪਾ ਰਹੇ ਹੋ ਆਪਣੇ, ਇਹ ਭਰਾ ਮਾਰ ਜੰਗ ਜਿਹੜੀ ਸ਼ੁਰੂ ਕੀਤੀ ਹੈ, ਇਹ ਕਰਨੀ ਨਹੀਂ ਚਾਹੀਦੀ। ਇਹ ਨਹੀਂ ਅਸੀਂ ਕਹਿੰਦੇ ਵੀ ਸਾਡੇ ਮੰਤਰੀ ਸੁੱਚੇ ਆ ਜਾਂ ਮੈਂ ਸੁੱਚਾ ਨਾ, ਪ੍ਰੂਵ ਕਰੋ ਪਹਿਲਾਂ, ਲੋਕਾਂ ਦੇ ਮੂਹਰੇ ਕੁਝ ਲਿਆਓ ਤਾਂ ਸਹੀ ਵੀ ਆਹ ਮਾੜਾ ਕੰਮ ਕੀਤਾ ਏ। ਆ ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਇਹ ਮਛੀਠੀਏ ਨੂੰ ਤਾਂ ਹਜੇ ਤੱਕ ਹੋਰ ਅੱਜ ਤੱਕ ਉਹ ਗੁਰੂ ਦੀ ਗੱਲ, ਬੇਅਦਬੀ ਦਾ, ਅੱਜ ਤੱਕ ਉਸ ਗੱਲ ਤੋਂ 1 ਇੰਚ ਵੀ ਇਹ ਵਧੇ ਅੱਗੇ। ਉਸ ਗੱਲ ਬਾਰੇ ਇਹਨਾਂ ਨੇ ਕੋਈ ਗੱਲ ਇਨਸਾਫ ਗੁਰੂ 'ਚ ਆਇਆ, ਉਹ ਗੱਲਾਂ ਨੂੰ ਕਵਰ ਅਪ ਕਰਨ ਨੂੰ ਇਹ ਟੋਟਲ ਇਹ ਕੁਝ ਹੋ ਰਿਹਾ ਏ। ਪਰ ਅਸੀਂ ਕਾਂਗਰਸ ਪਾਰਟੀ ਇਕਜੁੱਟ ਹਾਂ ਇਸ ਗੱਲ 'ਚ। ਕਿਸੇ ਵੀ ਗੱਲ ਦਾ ਸਾਨੂੰ ਕਿਸੇ ਚੀਜ਼ ਦਾ ਡਰ ਭਾਉ ਨਹੀਂ, ਅਸੀਂ ਕਿਸੇ ਗੱਲ ਦੇ ਚੋਰ ਨਹੀਂ। ਮੂਹਰੇ ਆ ਕੇ ਹਿੱਕੜਾ ਕੇ ਲੜਾਂਗੇ। ਓਪੋਜੀਸ਼ਨ ਪਾਰਟੀਆਂ ਅੱਗੇ ਲੜਦੀਆਂ ਹੀ ਹੁੰਦੀਆਂ, ਤੇ ਇਸ ਕਰਕੇ ਸਾਨੂੰ ਜਮਾਂ ਕੋਈ ਫਿਕਰ ਨਹੀਂ। ਸਾਰਿਆਂ ਨੂੰ ਜੇਲ੍ਹਾਂ 'ਚ ਸਿੱਟ ਜਾਣ, ਜੇਲ੍ਹਾਂ ਭਰਨ ਨੂੰ ਕਹਿ ਦੇਣਗੇ ਅਸੀਂ ਜੇਲ੍ਹਾਂ ਭਰ ਦਾਂਗੇ, ਕੋਈ ਫਰਕ ਨਹੀਂ। ਇਸ ਕਰਕੇ ਇਹ ਲੜਾਈ ਇਮਾਨਦਾਰੀ ਤੇ ਸੱਚਾਈ ਦੀ, ਇਹ ਲੜਾਈ ਅਸੀਂ ਹਮੇਸ਼ਾ ਲੜਦੇ ਰਵਾਂਗੇ। ਜਿੱਥੇ ਸਾਨੂੰ ਸਾਬਤ ਕਰ ਦਿਓ ਜੇ ਆ ਚੋਰ ਆ, ਵੀ ਇਹਦੀ ਆ ਗਲਤੀ ਆ, ਇਹਨੇ ਆ ਨੁਕਸਾਨ ਕੀਤਾ, ਅਸੀਂ ਉਹਦੇ ਦੇਣਦਾਰ ਆ। ਜੇ ਕੋਈ ਕਮੀ ਆ ਕਿਸੇ ਦੇ 'ਚ ਕੱਢ ਦਿਓ, ਉਹਨੂੰ ਪ੍ਰੂਫ ਕਰ ਦਿਓ। ਪਰ ਇਹ ਨਾ ਕਰੋ ਵੀ ਜਦੋਂ ਕੋਰਟ 'ਚ ਜਾਵੇ ਗੱਲ
ਤੇ ਉੱਥੇ ਨਿਕਲੇ ਵੀ ਇਹ ਤਾਂ ਜੀ ਕੁਛ ਹੈ ਹੀ ਨਹੀਂ ਸੀ। ਉਦੋਂ ਪਹਿਲਾਂ ਤੁਸੀਂ ਸੈਂਸੇਸ਼ਨ ਕ੍ਰੀਏਟ ਕਰਕੇ ਅਫਸਰਾਂ ਤੋਂ ਧੱਕਾ ਮੁੱਕੀ ਨਾਲ ਇਹ ਫਾਈਲਾਂ ਬਣਵਾਈ ਜਾਂ ਉਹਦਾ ਕੀ ਫਾਇਦਾ, ਇਹ ਕੋਰਟ 'ਚ ਖੜਨੀਆਂ ਹੀ ਨਹੀਂ ਆ ਜਾ ਕੇ। ਇਸ ਕਰਕੇ ਕੋਈ ਫਰਕ ਨਹੀਂ। ਜਦੋਂ ਵੀ ਦੇਖੋ ਸਿਆਸਤ 'ਚ ਜਦੋਂ ਵੀ ਧੱਕਾ ਕੀਤਾ ਕਿਸੇ ਨਾਲ, ਕੋਈ ਵੀ ਜੇਲ੍ਹ ਭੇਜਿਆ, ਉਹ ਵੱਧ ਵੱਡਾ ਬਣ ਕੇ ਆਇਆ। ਕੋਈ ਫਰਕ ਨਹੀਂ, ਜੇਲ੍ਹਾਂ ਕੱਟਣ ਨੂੰ ਹੀ ਹੁੰਦੀਆਂ, ਜੇਲ੍ਹਾਂ 'ਚ ਲੋਕ ਹੀ ਰਹਿੰਦੇ ਆ। ਤੇ ਇਸ ਕਰਕੇ ਉੱਥੇ ਜੇ ਰਹਿਣਗੇ, ਅੱਗੇ ਤਾਂ ਜਿਵੇਂ ਮੈਂ ਕਹਿੰਦਾ ਅੱਖ ਦੀ ਸ਼ਰਮ ਹੁੰਦੀ ਆ ਮਾੜੀ ਮੋਟੀ ਵੀ ਯਾਰ ਕੋਈ ਨਹੀਂ, ਉਹ ਜਦੋਂ ਤੁਸੀਂ ਕਿਸੇ ਨੂੰ ਹੱਦ ਪਾਰ ਕਰ ਦਿੰਦੇ ਹੋ ਫਿਰ ਉਹਦੇ ਅੱਖ ਦੀ ਸ਼ਰਮ ਨਹੀਂ ਰਹਿੰਦੀ। ਭਗਵੰਤ ਮਾਨ ਸਾਹਿਬ, ਤੁਸੀਂ ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਇਹ ਅਸੀਂ ਮਾੜਾ ਕੀਤਾ ਸਾਨੂੰ ਛੱਡੋ, ਨਾ ਬਿਲਕੁਲ ਨਾ ਛੱਡੋ, ਪਰ ਬਦਲੇ ਵਾਲੀ ਭਾਵਨਾ ਨਾ ਲਓ ਵੀ ਸੋਧੀਆ ਨੰਗਾ ਹੋ ਗਿਆ ਤੇ ਅਸੀਂ ਕਾਂਗਰਸ ਪਾਰਟੀ ਦਾ ਮੰਤਰੀ ਵੀ ਇੱਥੇ ਕਰਨਾ, ਇਹ ਕੰਮ ਨਾ ਕਰੋ। ਇਸ ਗੱਲ ਨੂੰ ਲੋਕ ਸਮਝਦੇ ਆ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਊਗਾ। ਟੋਟਲ ਤੁਸੀਂ ਬਹੁਤ ਮੁੱਦਿਆਂ ਤੇ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਮੈਂ ਹਜੇ ਸਾਲ ਕੁਝ ਕਹਿਣਾ ਨਹੀਂ ਚਾਹੁੰਦਾ ਸੀ, ਪਰ ਇਹ ਛੇੜਦੇ ਆ। ਜੇ ਛੇੜਨਗੇ ਤੇ ਫਿਰ ਉਹਦਾ ਜਵਾਬ ਆ ਜਿਹੜਾ ਉਹ ਸਾਨੂੰ ਜਿਹੜਾ ਉਹ ਬਣਨਾ ਦੇਣਾ ਪਊਗਾ ਇਸ ਡੈਮੋਕ੍ਰੇਸੀ 'ਚ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਤਾਂ ਇਹ ਸਨ ਮੈਂਬਰ ਆਫ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਜਿਨ੍ਹਾਂ ਨੇ ਕਿਹਾ ਕਿ ਚਾਹੇ ਪਹਿਲੇ ਵੀ ਕਾਂਗਰਸ ਦੇ ਲੀਡਰ ਅਰੈਸਟ ਹੋਏ ਨੇ ਤੇ ਅੱਗੋਂ ਵੀ ਹੋਣਗੇ, ਕਿਉਂਕਿ ਜਿਹੜੀ ਵੈਂਡੇਟਾ ਕਰ ਰਹੀ ਹੈ ਪੰਜਾਬ ਦੀ ਸਰਕਾਰ, ਲੇਕਿਨ ਕਾਂਗਰਸ ਹੈ ਜਿਹੜੀ ਇਸ ਦਾ ਜਵਾਬ ਕੋਰਟ ਦੇ ਵਿੱਚ ਵੀ ਦੇਵੇਗੀ ਤੇ ਜਿਹੜਾ ਸਰਕਾਰ ਨੂੰ ਵੀ ਦੇਵੇਗੀ। ਵਧੇਰੇ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ। ਕੈਮਰਾਮੈਨ ਦੀਪਕ ਹੀਵਾ ਦੇ ਨਾਲ ਅਮਰਪ੍ਰੀਤ ਸਿੰਘ ਮੱਕੜ, ਲੁਧਿਆਣਾ ਟਾਈਮਸ।